5 बंदे आया, पहलों पिछों गड्डी लै गए कोई स्विफ्ट ते पिस्टल उन्होंने कोल ही जी, वो बंद करके तो पहलों ब्रिजा गड्डी साडी घेरन लगे, उन्हें डकी नहीं तो उहते गोली मारती है जी। मुड़ के मैं दूजे बंदे मैं आउंदे उत्थे आण के घेरे 5 जने हो गए पिस्टल लैके, पर्स गड्डी मेरी खो के लै गया जी चोला साहब नालों। की नंबर है गड्डी तुहाडी दा? गड्डी नंबर जी PB02 BT 6301। पहला कित्थों किहड़ी साइड तो आ रहे हो? पहलों इधर गोंदवाल साइड तो आया जी, फतेहाद वालों। पिछों भी कहते पेट्रोल पंप कोई पिछों दे पंप लुੱਟ के आए एक जी। ਵੀਰ ਜੀ ਮੈਂ ਨਾ ਸਗਨ ਵਾਲੀ ਗੱਡੀ ਲੈ ਕੇ ਜਾ ਰਿਹਾ ਸੀ ਇੱਥੋਂ, ਤੇ ਅਗਲੇ ਬੰਨੇ ਸਾਡੇ ਹੋ ਕੇ ਮੂਹਰੇ ਉਹਨਾਂ ਵੀਰਾਂ ਨੇ ਗੱਡੀ ਨੂੰ ਰੋਕਿਆ। ਮੈਂ ਸੋਚਿਆ ਕਿ ਇਹਨਾਂ ਨੇ ਕੋਈ ਰਾਹ ਪੁੱਛਣਾ ਵਾ, ਮੈਂ ਰਾਹ ਪੁੱਛਣ ਦੇ ਚੱਕਰ 'ਚ ਗੱਡੀ ਡੱਕੀ ਆ, ਗੱਡੀ ਦੀ ਬਾਰੀ ਉਹਨਾਂ ਨੇ ਖੋਲ੍ਹ ਲਈ, ਬਾਅਦ 'ਚ ਪਿਸਤੌਲ ਕੱਢ ਲਿਆ। ਜੋ ਪਿਸਤੌਲ ਕੱਢੇ ਵੀਰ ਜੀ ਮੈਂ ਆਪਣੀ ਜਾਨ ਬਚਾਉਣ ਦੇ ਤਰੀਕੇ 'ਚ ਇੱਕ ਜਾਣੇ ਤੇ ਉਹਨਾਂ ਦੇ ਗੱਡੀ ਉੱਤੋਂ ਦੀ ਵੀ ਲੰਘੀ ਹੈ, ਤੇ ਮੈਂ ਆਪਣੀ ਗੱਡੀ ਭਜਾ ਕੇ ਸੀਟਾਂ 'ਚ ਲੰਮੇ ਪੈ ਕੇ ਤੇ ਗੱਡੀ ਮੈਂ ਆਪਣੀ ਭਜਾ ਕੇ ਲੈ ਗਿਆ। ਗੋਲੀਆਂ ਮਾਰੀਆਂ, ਮੇਰੇ ਗੋਲੀਆਂ ਦੂਜੇ ਪਾਰ ਦੀ ਵੀ ਲੰਘੀਆਂ ਗੱਡੀ ਦੇ, ਕਿ ਮਤਲਬ ਗੱਡੀ ਦਾ ਆਪਣੀ ਦਾ ਤਾਂ ਬਚਾਅ ਹੋ ਗਿਆ, ਗੱਡੀ ਦਾ ਨੁਕਸਾਨ ਜ਼ਰੂਰ ਹੋ ਗਿਆ ਪਰ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਆਪਣਾ। ਤੇ ਇੱਕ ਵੀਰ ਹੋਰ ਗੱਡੀ ਲੈ ਕੇ ਆ ਰਿਹਾ ਸੀ ਵਿਣਗਾਂ ਦਾ ਵੀਰ ਕਾਰੀ, ਉਹਦੀ ਗੱਡੀ ਖੋਹ ਕੇ ਲੈ ਗਿਆ। अच्छा ਤੁਹਾਡੀ ਗੱਡੀ ਦਾ ਬਚਾਅ ਹੋ ਗਿਆ? ਹਾਂਜੀ ਆਪਣੀ ਗੱਡੀ ਦਾ ਬਚਾਅ ਹੋ ਗਿਆ। ਵੈ ਕੋਈ ਥੋੜਾ ਬੜਾ ਸਮਾਨ ਹੈ ਕੋਈ ਜਿਹੜਾ ਵਿੱਚੋਂ ਨਹੀਂ ਲੱਭਣ ਦਿਆ, ਉਹ ਪਤਾ ਨਹੀਂ ਲੱਗਾ ਕਿਤੇ ਡਿੱਗ ਗਿਆ ਵਾ ਜਾਂ ਉਹ ਲੈ ਗਿਆ, ਕੋਈ ਸਮਝ ਨਹੀਂ ਲੱਗੀ। ਘੁੰਮ ਜਾ ਵੀਰੇ ਕੀ ਹੋ ਗਿਆ ਸੀਗਾ? ਉਹਨਾਂ ਕੋਲ 2 ਜਣੇ ਸੀਗੇ ਤੇ ਗਰੁੱਪ ਉਹਨਾਂ ਦਾ ਪਿੱਛੇ ਸੀਗਾ, ਦਾਤ ਸੀਗਾ ਉਹਨਾਂ ਕੋਲ। ਆ ਕੇ ਪਹਿਲਾਂ ਭਾਈ ਦੇ ਮਾਰ ਲੱਗ ਗਏ, ਅਸੀਂ ਪੈਸੇ ਇਕੱਠੇ ਕਰਕੇ ਆਏ ਸੀਗੇ ਤੇ ਕਿੰਨੇ ਬੰਦੇ ਤੇ ਹਮਲਾ ਕੀਤਾ? ਟੋਟਲ ਆ ਕੇ ਹਮਲੇ ਤਿੰਨ ਬੰਦੇ ਤੇ ਹਮਲਾ ਕੀਤਾ ਜੀ। ਦੁਕਾਨ ਤੇ ਸੀਗਾ ਤੁਸੀਂ ਮੌਜੂਦ? ਹਾਂਜੀ ਦੁਕਾਨ ਤੇ ਸੀਗੇ ਜੀ। ਕੋਈ ਨਗਦੀ ਵੀ ਖੋ ਕੇ ਲੈ ਕੇ ਗਏ? ਹਾਂਜੀ ਕਿੰਨੇ ਗਏ? ਤੋਂ 30,000 ਰੁਪਇਆ ਸੀਗਾ ਜੀ ਮੇਰੀ ਜੇਬ 'ਚ, ਪੈਸੇ ਇਕੱਠੇ ਕਰਕੇ ਆਏ ਸੀ ਮੈਂ ਤੇ ਬੰਟੀ ਭਾਈ। ਕੋਈ ਪੁਰਾਣੀ ਰੰਜਿਸ਼ ਤੁਹਾਡੀ? ਨਹੀਂ ਪੁਰਾਣੀ ਕੋਈ ਨਹੀਂ। ਸਾਡਾ ਕਰਿਆਨੇ ਦੀ ਸ਼ੋਪ ਹੈ ਜੀ। ਇੱਕ ਵਾਰਦਾਤ ਹੋਈ ਹੈ ਰਾਤੀ, ਕਿੰਨੇ ਵਜੇ ਵਾਰਦਾਤ? ਇਹ 10 ਵਜੇ ਹੋਈ ਹੈ ਜੀ। ਕੀ ਹੋਇਆ ਮਾਮਲਾ? ਕੀ ਸੀ ਮਾਮਲਾ? ਇਹ ਸੀਗਾ ਵੀ ਛੋਟੇ ਬ੍ਰਦਰ ਹੋਣੀ ਆਪਣੀ ਦੁੱਧ ਦਾ ਕੰਮ ਹੈ ਜੀ, ਪੈਮਟਾ ਇਕੱਠੀ ਕਰਕੇ ਲਿਆ ਰਹੇ ਸੀਗੇ। ਐਨੇ ਨੂੰ ਪਿੱਛੇ 2 ਮੁੰਡੇ ਲੱਗ ਗਏ ਆ ਪੈਸੇ ਦੇਖ ਕੇ, ਉਹਨਾਂ ਨੇ ਆ ਕੇ ਜਿਵੇਂ ਇੱਥੇ ਇਹ ਖੜੇ ਆ ਆਂਦੇ ਹੀ ਉਹਨਾਂ ਨੇ ਹਮਲਾ ਕਰਤਾ ਜੀ। ਦਾਤ ਸੀ ਉਹਨਾਂ ਦੇ ਹੱਥ 'ਚ, ਪਹਿਲੇ ਇਹਦੇ ਮਾਰੇ ਆ, ਫਿਰ ਆ ਸਾਡੇ ਮੁੰਡਾ ਕੰਮ ਕਰਦਾ ਇਹਦੇ ਮਾਰ ਕੇ ਇਹਦੇ ਮਗਰ ਭੱਜ ਗਏ। ਇਹਦੇ ਕੋਲ ਪੈਸੇ ਹੀ ਖੋਲੇ 25-30 ਹਜ਼ਾਰ ਰੁਪਈਆ ਸੀਗੀ, ਗਰਾਈ ਕੱਤੀ ਹੋਈ ਸੀਗੀ ਜਿਹੜੀ, ਤੇ ਇਹਦੇ ਦਾਤ ਵੀ ਮਾਰਿਆ, ਇਹਦੇ ਟਾਂਕੇ ਵੀ ਲੱਗੇ ਆ। ਤੇ ਫਿਰ ਅਸੀਂ ਇੱਥੇ ਖੜੇ ਦੇਖੇ, ਐਨੇ ਨੂੰ ਮੇਰੇ ਡੈਡੀ ਨੂੰ ਪੈ ਕੇ ਫਿਰ ਭਰਾ ਦੇ ਵੀ ਮਾਰੇ ਆ। ਆ ਵੀਡੀਓ ਤੁਹਾਨੂੰ ਬਣੀ ਆ ਸਾਰੀ, ਚੈੱਕ ਕਰ ਲਓ ਜੋ ਵੀ ਆ, ਜਿੱਦਾਂ ਵੀ ਆ ਕੈਮਰਿਆਂ 'ਚ ਸਾਰੀ ਆਈ ਹੈ। ਇੱਕ ਗੱਲ ਹੈ ਵੀ ਕੋਈ ਇਹ ਨਹੀਂ ਲੁਕਾਉਣੀ ਆ। ਪਤਾ ਲੱਗਿਆ ਬੰਦੇ ਕਿੱਥੇ ਦੇ ਰਹਿਣ ਵਾਲੇ? ਹਾਂਜੀ ਮੁੜ ਕੇ ਪਤਾ ਲੱਗਿਆ ਜੀ, ਲੰਘਦੇ ਵੜਦਿਆਂ ਨੇ ਦੱਸਿਆ ਵੀ ਇੱਥੇ ਦੇ ਮੁੰਡੇ ਆ ਵਿਵੇਕ ਧਾਮ ਦੇ। ਇਹ ਕੋਈ ਵਾਰਦਾਤਾਂ ਕਰਦੇ ਨੇ? ਹਾਂਜੀ ਲੁੱਟ ਖੋਈ ਹੈ ਜੀ ਸਰਿਆਮ। ਬੰਦਾ ਪੈਸੇ ਲਿਆ ਰਿਹਾ ਮਗਰ ਆ ਕੇ, ਨਹੀਂ ਤਾਂ ਸਾਡਾ ਕੀ ਚੱਕਰ ਹੈ, ਕੰਮ ਕਰਦੇ ਆ ਸਵੇਰ ਤੋਂ ਸ਼ਾਮ, ਦੁੱਧ ਦਾ ਕੰਮ ਹੈ ਜੀ, ਅਸੀਂ ਕਿਹੜਾ ਕਿਸੇ ਤੋਂ ਕੋਈ ਲੈਣਾ। ਅਗਲੇ ਪਾ ਕਹਿੰਦੇ ਪੁਲਿਸ ਵਾਲੇ ਅਸੀਂ ਰੱਖੇ ਹੋਏ ਆ। ਤੇ ਜਿਹੜੇ ਜ਼ਖਮੀ ਹੋਏ ਆ ਕਿੰਨੇ ਬੰਦੇ ਤੁਹਾਡੇ? ਇਹ 2 ਬ੍ਰਦਰ ਨੇ ਜੀ, ਇੱਕ ਮੁੰਡਾ ਸਾਡੇ ਕੰਮ ਕਰਦਾ ਜੀ। ਤਿੰਨੇ ਜ਼ਖਮੀ ਹੋਏ ਨੇ? ਹਾਂ ਤਿੰਨੋਂ ਜ਼ਖਮੀ ਹੋਏ ਆ ਜੀ। ਤੁਹਾਡਾ ਮੈਡੀਕਲ ਹੋਇਆ? ਹਾਂਜੀ ਮੈਡੀਕਲ ਸਭ ਕੁਝ ਹੋਇਆ ਹੋਇਆ ਜੀ। ਤੇ ਮੌਕੇ ਤੇ ਪੁਲਿਸ ਆਈ ਸੀ? ਹਾਂਜੀ ਮੌਕੇ ਤੇ ਆਈ ਹੈ, ਸ਼ਾਮ 11 ਵਜੇ ਪੁਲਿਸ ਆਈ ਹੈ, ਮੌਕਾ ਘਰ ਵੀ ਦੇਖ ਕੇ ਆਏ ਆ, ਉਹ ਫਰਾਰ ਹੈ। ਕਿਹੜੇ ਥਾਣੇ ਲੱਗਦਾ ਤੁਹਾਨੂੰ? ਸਾਨੂੰ ਬਸਤੀ ਯੋਧੇਵਾਲ। ਕੀ ਮੰਗ ਕਰਦੇ ਜਿੱਦਾਂ? ਮੰਗ ਇਹੀ ਹੈ ਵੀ ਕਾਨੂੰਨ ਕਾਰਵਾਈ ਹੋਵੇ ਪੂਰੀ, ਜਿਹੜੀ ਤਸੱਲੀ ਨਾਲ ਹੁੰਦੀ ਹੈ, ਵੀ ਸਾਨੂੰ ਇਨਸਾਫ ਮਿਲੇ, ਵੀ ਇਹ ਨਾ ਹੋਵੇ ਵੀ ਅੱਜ ਵਿੱਚ ਛੱਡਦੀ ਹੈ ਮੁੜ ਕੇ ਫਿਰ ਸਾਡੇ ਨਾਲ ਰੋਜ਼ ਹੀ, ਕਿਉਂਕਿ ਸਾਡਾ ਕੰਮ ਹੀ ਹੈ, ਰਾਤ ਨੂੰ 2 ਵਜੇ ਦੁੱਧ ਵੀ ਆਉਂਦਾ ਵਾ, ਕੱਲ ਫਿਰ ਵਾਰਦਾਤ ਹੋਊਗੀ ਇੱਦਾਂ ਦਾ। ਸਾਡਾ ਇੱਕੋ ਇੱਕ ਮਕਸਦ ਹੈ ਜੀ, ਅਸੀਂ ਕਿਸੇ ਵੀ ਅਸੀਂ ਸ਼ਿਰਕਤ ਹੋਣ ਆਏ ਉਹਨਾਂ ਦੇ, ਹੈ ਨਾ। ਅਸੀਂ ਅਸੀਂ ਉਹਨਾਂ ਦਾ ਵਿਦਰੋਹ ਨਹੀਂ ਕੀਤਾ, ਕੁਛ ਨਹੀਂ। ਅਸੀਂ ਤਾਂ ਸਿਰਫ ਅਰਦਾਸ ਕਰਕੇ ਆਏ ਕਿ ਰਾਮਚੰਦਰ ਜੀ ਮੋਦੀ ਨੂੰ ਅਕਲ ਦਿਓ। ਕਿਸਾਨ ਬੈਠੇ ਆ ਜੀ, 70 ਦੇ ਉੱਪਰ ਕਿਸਾਨ ਸਾਡੇ ਉੱਥੇ ਸ਼ਹੀਦ ਹੋ ਗਏ ਨੇ ਜੀ, ਉਹਨਾਂ ਪਰ ਚਾਨਣਾ ਪਾਓ। ਤੁਸੀਂ ਤਿੰਨੇ ਕਾਨੂੰਨ ਰੱਦ ਕਰੋ, ਕਿਸਾਨ ਨਹੀਂ ਰਹੂਗਾ। 105 ਹੋ ਗਏ ਜੀ, ਹੁਣ ਤਾਂ 105 ਹੋ ਗਏ ਜੀ, ਦੱਸੋ। ਤੇ ਤਿੰਨੇ ਕਾਨੂੰਨ ਰੱਦ ਕੀਤੇ ਜਾਵੇ। ਸਾਡੀ ਇੱਕੋ ਇੱਕ, ਅਸੀਂ ਤਾਂ ਅਰਦਾਸ ਲੈ ਕੇ ਆਏ ਜੀ, ਤੇ ਅਸੀਂ ਹੋਰ ਸਾਡਾ ਕੋਈ ਦੇ ਵਿੱਚ ਸਾਡਾ ਅਸੀਂ ਕੋਈ ਵਿਰੋਧ ਨਹੀਂ ਕੀਤਾ। ਉਹਨਾਂ ਨੇ ਸਾਡੇ ਕਾਗਜ਼ ਪਾੜਤੇ ਜੀ, ਅਸੀਂ ਚੜਾਏ, ਅਸੀਂ ਤਾਂ ਆਪਣਾ ਜੋ ਸਾਡੇ ਕੋਲ ਪੈਸੇ ਸੀਗੇ ਥੋੜੇ ਬਹੁਤੇ ਇਕੱਠੇ ਕਰਕੇ ਉਹ ਦਿੱਤੇ, ਉਹ ਵੀ ਨਹੀਂ ਲਏ ਜੀ, ਸਾਡੇ ਕਾਗਜ਼ ਪਾੜ ਦਿੱਤੇ ਜੀ। ਕਈ ਸੈਂਕੜੇ ਵਰਸ਼ਾਂ ਤੋਂ ਜਿਹੜੀ ਸੰਗਤ ਦੀ ਇੱਕ ਪਿਆਸ ਸੀ ਉਹ ਹੁਣ ਬੁਝੀ ਹੈ, ਔਰ ਉਸ ਪਿਆਸ ਦੇ ਬੁਝਣ ਤੋਂ ਜੋ ਸੰਗਤ ਦੇ ਵਿੱਚ ਉਤਸ਼ਾਹ ਔਰ ਆਨੰਦ ਦੀ ਲਹਿਰ ਹੈ ਉਹ ਤੁਸੀਂ ਦੇਖ ਹੀ ਰਹੇ ਹੋ ਵਿਸ਼ਾਲ ਇਸ ਰਥ ਯਾਤਰਾ ਦੇ ਵਿੱਚ। ਤੇ ਹੁਣ ਇਹ ਜਿਹੜੀ ਰਥ ਯਾਤਰਾ ਹੈ ਇਹ ਵੱਖ-ਵੱਖ ਪਿੰਡਾਂ ਤੋਂ ਹੋ ਕੇ ਲਗਭਗ ਆਪਣੇ ਪੂਰੇ ਪੰਜਾਬ ਦੇ ਵਿੱਚ ਰਥ ਯਾਤਰਾਵਾਂ ਚੱਲਣੀਆਂ ਹੈ, ਤੇ ਇਹ ਰਥ ਯਾਤਰਾ ਹੁਣ ਨੰਗਲ ਤੱਕ ਜਾਣੀ ਹੈ, ਤੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਭ੍ਰਮਣ ਕਰਦੀ ਹੋਈ ਹੈ ਰਥ ਯਾਤਰਾ। ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿੰਨੇ ਵੀ ਭਗਵਾਨ ਸ਼੍ਰੀ ਰਾਮ ਜੀ ਦੇ ਜਿਹੜੇ ਭਗਤ ਹੈ ਉਹਨਾਂ ਨੂੰ ਇਹ ਸੰਦੇਸ਼ ਹੈ ਕਿ ਜਿਹੜੀ ਸੱਚਾਈ ਹੈ ਉਹਦਾ ਕਦੇ ਅੰਤ ਨਹੀਂ ਹੋ ਸਕਦਾ, ਔਰ ਸਾਨੂੰ ਸਾਰਿਆਂ ਨੂੰ ਸੱਚਾਈ ਦੇ ਮਾਰਗ ਤੇ ਚੱਲਣਾ ਚਾਹੀਦਾ। ਉਹਨਾਂ ਦੇ ਅੰਦਰ ਫਿਰ ਸੱਚਾਈ, ਨੇਕੀ ਔਰ ਮਰਿਆਦਾ ਨੂੰ ਜਗਾਉਣ ਵਾਸਤੇ ਇਹ ਜਿਹੜਾ ਇਹ ਬਹੁਤ ਹੀ ਵਧੀਆ
ਸਾਡੇ ਹਿੰਦੂ ਸਮਾਜ ਨੇ, ਸਾਡੇ ਸਿੱਖ ਭਰਾਵਾਂ ਨੇ ਵੀ ਨਾਲ ਬਹੁਤ ਵਧੀਆ ਸਹਿਯੋਗ ਦਿੱਤਾ ਹੈ ਤੇ ਸਨਾਤਨ ਧਰਮ ਦਾ ਇੱਕ ਦੁਨੀਆ ਦੇ ਵਿੱਚ ਆਮ ਲੋਕਾਂ ਦੇ ਵਿੱਚ ਇੱਕ ਸੰਦੇਸ਼ ਦੇਣ ਲਈ ਇਹ ਜਿਹੜਾ ਅਸੀਂ ਰਥ ਯਾਤਰਾ ਦੇ ਵਿੱਚ ਹੁਣ ਜਾ ਰਹੇ ਥੇ ਤੇ ਇਸ ਰਥ ਯਾਤਰਾ ਦਾ ਲੋਕ ਸਾਰੇ ਆਨੰਦ ਵੀ ਮਾਣਿਆ ਕਰਦੇ ਆ, ਪ੍ਰਾਪਤ ਕਰਿਆ ਕਰਦੇ ਹੈ ਤੇ ਇਹ ਆਮ ਜਿਹੜੀ ਜਨਤਾ ਹੈ ਉਸ ਜਨਤਾ ਨੂੰ ਵਿਸ਼ੇਸ਼ ਰੂਪ ਤੋਂ ਅਸੀਂ ਇਕੱਠੇ ਰਹੀਏ, ਧਰਮ ਦੇ, ਜਾਤ ਦੇ ਜਾਂ ਪੰਥ ਦੇ ਨਾਮ ਤੇ ਅਸੀਂ ਨਾ ਵੰਡੋਈਏ, ਇਸ ਸੰਦੇਸ਼ ਨੂੰ ਲੈ ਕੇ ਰਥ ਯਾਤਰਾ ਨਿਕਾਲੀ ਜਾ ਰਹੀ ਹੈ ਤੇ ਹੁਣ ਇਹ ਨੰਗਲ ਤੱਕ ਰਥ ਯਾਤਰਾ ਜਾਣੀ ਹੈ ਔਰ ਵੱਖ-ਵੱਖ ਪਿੰਡਾਂ ਚੋਂ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਉੱਥੇ ਦੀ ਸੰਗਤ ਹੈਗੀ ਉਹ ਸਵਾਗਤ ਲਈ ਬੇਤਾਬ ਖੜੀ ਹੈ ਤੇ ਹੁਣ ਇਸ ਤੋਂ ਬਾਅਦ ਅਗੰਪੁਰ ਸਾਹਿਬ ਜਿਹੜੀ ਹੈ ਅਗੰਪੁਰ ਜਾਣੀ ਹੈ ਇਹ ਕੱਲ ਰਥ ਯਾਤਰਾ ਤੇ ਉੱਥੇ ਜਾ ਕੇ ਅੱਗੇ ਫਿਰ ਨਿਕਲ ਜਾਣੀ ਹੈ ਵਿਸ਼ਰਾਮ ਹੋਣਾ ਨੰਗਲ ਜਾ ਕੇ। ਸ਼੍ਰੀ ਰਾਮ ਭਗਵਾਨ ਸਾਡੇ ਭਗਵਾਨ ਹੈ, ਅਸੀਂ ਤਾਂ ਸਿਰਫ ਅਰਦਾਸ ਲੈ ਕੇ ਆਏ ਤੇ ਇਹਨਾਂ ਨੂੰ ਐ ਲੱਗਿਆ ਪਤਾ ਨਹੀਂ ਵਿਰੋਧ ਕਰਨ ਆਏ, ਤਾਂ ਅਰਦਾਸ ਲੈ ਕੇ ਆਏ ਸ਼੍ਰੀ ਰਾਮ ਭਗਵਾਨ ਜੀ ਜਿਹੜੇ ਸਾਡੇ ਸਾਥੀ ਦਿੱਲੀ ਬਾਰਡਰ ਤੇ ਮਰ ਰਹੇ, ਇੱਥੇ ਜਿੱਥੇ ਧਰਨਿਆਂ ਤੇ ਮਰ ਰਹੇ ਉਹਨਾਂ ਨੂੰ ਬਚਾਓ ਔਰ ਜਿਹੜੇ ਮੋਦੀ ਸਾਹਿਬ ਆ ਉਹਨਾਂ ਨੂੰ ਅਕਲ ਦਿਓ। ਸਿਰਫ ਇਹੀ ਦੱਸਣ ਵਾਸਤੇ ਇੱਥੇ ਆਏ ਸੀ। ਇਹਨਾਂ ਨੇ ਤਾਂ ਸਾਡੇ ਕਾਗਜ਼ ਚੱਕ ਕੇ ਐ ਪਾੜ ਤੇ ਜਿੱਦਾਂ ਪਤਾ ਨਹੀਂ ਕਿਹੜੀ ਗੁੰਡਾਗਰਦੀ ਕਰਨ ਚਾਹ ਗਏ। ਅਗਰ ਇਹ ਧਾਰਮਿਕ ਯਾਤਰਾ ਹੈ ਤਾਂ ਇਹਨਾਂ ਨੂੰ ਡਰ ਕਾਹਦਾ? ਅਗਰ ਰਾਜਨੀਤੀ ਨਹੀਂ ਕਰ ਰਹੇ ਤਾਂ ਸਾਡਾ ਕਾਹਦਾ ਡਰ ਪੈ ਗਿਆ? ਕਿਉਂ ਸਾਨੂੰ ਹੱਥੋਂ ਪੈਰੀਂ ਪੈ ਗਏ? ਕਿਉਂ ਪੈ ਗਏ ਜੇ ਇਹਨਾਂ ਨੂੰ ਇੰਨਾ ਡਰ ਹੈ? ਸਾਡੀ ਕੋਈ ਚ ਗਲਤੀ ਹੈ ਤਾਂ ਦੱਸੋ। ਜੈ ਸ਼੍ਰੀ ਰਾਮ, ਰਾਮ ਭਗਵਾਨ ਮੋਦੀ ਸਾਹਿਬ ਨੂੰ ਅਕਲ ਦਿਓ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅਗਰ ਕਿਸਾਨ ਹੀ ਨਹੀਂ ਰਹੂਗਾ ਕਿਆ? ਇਹ ਸਿਰਫ ਇੱਕ ਰਾਜਨੀਤਿਕ, ਮੈਨੂੰ ਤਾਂ ਇਹ ਲੱਗਦਾ ਅਗਰ ਧਾਰਮਿਕ ਹੁੰਦਾ ਤਾਂ ਸਾਡਾ ਸਵਾਗਤ ਕਰਦੇ, ਪਰ ਇਹ ਕਿਤੇ ਨਾ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਸੋ ਕਿਸਾਨ ਜਿੰਦਾਬਾਦ ਥਾ ਜਿੰਦਾਬਾਦ ਹੈ। ਅਸੀਂ ਰਾਮ ਭਗਵਾਨ ਅੱਗੇ ਅਰਦਾਸ ਕਰਾਂਗੇ ਵੀ ਜਲਦੀ ਤੋਂ ਜਲਦੀ ਜਿਹੜਾ ਧਰਨਾ ਹੈ ਖਤਮ ਕਰਕੇ ਅਸੀਂ ਆਪਣੇ ਘਰ ਆ ਕੇ ਸ਼੍ਰੀ ਰਾਮ ਦਾ ਹਵਨ ਪਾਈਏ।
ਇਹ ਬੀਬੀ ਦਾ ਜਿਹਦੀ ਡੈਥ ਹੋਈ ਉਹ ਸਵਿੰਦਰ ਕੌਰ ਉਹਨਾਂ ਦਾ ਨਾਮ ਹੈ, ਪਤਨੀ ਲੇਟ ਸਰਦਾਰ ਗੁਰਦਿਆਲ ਸਿੰਘ। ਇਹਨਾਂ ਜਿਹੜੀ ਇਹ ਰਹਿਣ ਵਾਲੀ ਹੈਗੀ ਹੈ ਦਹੀਂ ਵਾਲੇ ਬਾਜ਼ਾਰ ਤਰਨਤਾਰਨ ਦੀ। ਤੇ ਕੋਈ ਜ਼ਿਆਦਾ ਗੱਲ ਤਾਂ ਨਹੀਂ ਪਤਾ ਲੱਗ ਸਕੀ, ਬਟ ਇਹ ਪਤਾ ਲੱਗਿਆ ਕਿ ਕੋਈ ਪ੍ਰਾਪਰਟੀ ਦਾ ਡਿਸਪਿਊਟ ਸੀ ਜਿਹਦੇ ਕਰਕੇ ਕੋਈ ਇਹਨਾਂ ਨੂੰ ਮਾਰ ਕੇ ਚਲੇ ਗਿਆ। ਜਿਹੜੇ ਬੰਦੇ ਦੋ ਬੰਦੇ ਜਿਹੜੇ ਆ ਦਿਖਦੇ ਨੇ ਜੀ ਜਿਹੜੇ ਮਾਰ ਕੇ ਗਏ ਨੇ, ਬਟ ਇਨਵੈਸਟੀਗੇਸ਼ਨ ਚੱਲਦੀ ਪਈ ਹੈ। ਅਸੀਂ ਪੱਕੇ ਤੌਰ ਤੇ ਤਾਂ ਨਹੀਂ ਦੱਸ ਸਕਦੇ ਕੌਣ ਨੇ, ਬਟ ਇਨਵੈਸਟੀਗੇਸ਼ਨ ਦੇ ਦੌਰਾਨ ਪੁਲਿਸ ਨੇ, ਮੈਂ ਜੋ ਸਮਝਦਾ ਮੈਂ ਕਿ ਬੰਦੇ ਛੇਤੀ ਕਾਬੂ, ਪੁਲਿਸ ਜੋ ਕਹਿੰਦੀ ਪਈ ਹੈ ਛੇਤੀ ਬੰਦੇ ਕਾਬੂ ਆ ਜਾਣਗੇ ਤੇ ਛੇਤੀ ਹੀ ਇਹਨਾਂ ਦਾ ਜਿਹੜਾ ਵਾ ਕਿ ਜਿਹੜੀ ਮਾਤਾ ਜੀ ਜੋ ਪੂਰੀ ਹੋਈ ਉਹਨੂੰ ਇਨਸਾਫ ਮਿਲ ਜੂਗਾ, ਜੋ ਮੈਂ ਸਮਝਦਾ। ਸੋ ਸਭ ਤੁਸੀਂ ਇਸ ਇਲਾਕੇ ਦੇ ਮੋਹਤਬਾਰ ਜੀ, ਪਰਿਵਾਰ ਦੇ ਕਿਹੋ ਜਿਹੇ ਹਾਲਾਤ ਹੀ ਕਰਦੇ ਜਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਬਹੁਤ ਹੀ ਮੰਦੇ, ਬਹੁਤ ਹੀ ਮਾੜੇ ਸੀ। ਮੈਂ ਸੋਚਦਾ ਵਾਂ ਕਿ ਸਾਨੂੰ ਸਾਰਿਆਂ ਨੂੰ ਅੱਗੇ ਵੱਧ ਕੇ ਇੱਥੇ ਸਾਨੂੰ ਸਾਰਿਆਂ ਦੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇੱਥੇ ਇੱਕ ਸਾਡੇ ਤਰਨਤਾਰਨ ਦੇ ਵਿੱਚ ਇੱਕ ਫਾਊਂਡੇਸ਼ਨ, ਆਸ਼ਾ ਫਾਊਂਡੇਸ਼ਨ, ਉਹ ਵਾਹਵਾ ਜ਼ੋਰ ਲਾਉਂਦੀ, ਰੁਪਈਏ ਦੇਣ ਦੀ ਵਿੱਚ ਲਾਉਂਦੀ ਉੱਥੇ ਹੀ ਹੈ ਜਿੱਥੇ ਵੋਟਾਂ ਵਾ। ਤੇ ਬਟ ਇੱਥੇ ਬਾਕੀ ਜੋ ਸਾਨੂੰ ਸਮਝ ਆਉਂਦਾ ਵਾ ਕਿ ਜਿੱਥੇ ਲੋੜ ਆ ਉੱਥੇ ਰੁਪਈਆ ਨਹੀਂ ਲਾਉਂਦੀ, ਉੱਥੇ ਵੋਟਾਂ ਤੇ ਰੁਪਈਏ ਲਾਉਂਦੀ। ਤੇ ਕੀ ਮਾਮਲਾ ਪ੍ਰੋਪਰਟੀ ਡਿਸਪਿਊਟ ਹੈ ਕਿ ਦੇਖੋ ਲੱਗਦਾ ਤਾਂ ਕਹਿੰਦੇ ਆ ਕਿ ਜੋ ਸਮਝ ਆਈ ਹੈ ਕਿ ਪ੍ਰੋਪਰਟੀ ਡਿਸਪਿਊਟ ਹੈ, ਕਿਉਂਕਿ ਘਰ ਦੇ ਜਿਹੜੇ ਆ ਟਰੰਕਾਂ ਦੇ ਵੀ ਤਾਲੇ ਟੁੱਟੇ ਨੇ ਤੇ ਜਿਹੜੇ ਤਾਲੇ ਟੁੱਟੇ ਨੇ ਤੇ ਉਹਦੇ ਵਿੱਚ ਕਹਿੰਦੇ ਸੋਨਾ ਵੀ ਕੁਝ ਲੈ ਕੇ ਗਏ ਨੇ। ਤੇ ਮੈਂ ਜੋ ਸਮਝਦਾ ਲੁੱਟ ਖੋਹ ਦਾ ਮਾਮਲਾ ਵਾ, ਜੋ ਕਿ ਇਹ ਇਕੱਲਾ ਪ੍ਰੋਪਰਟੀ ਡਿਸਪਿਊਟ ਨਹੀਂ, ਵਿੱਚ ਲੁੱਟ ਖੋਹ ਵੀ ਲੱਗਦੀ। ਪੁਲਿਸ ਵੱਲੋਂ ਤੁਸੀਂ ਕੀ ਮੰਗ ਕਰਦੇ ਜੀ? ਪੁਲਿਸ ਤੋਂ ਤਾਂ ਅਸੀਂ ਇਹੋ ਹੀ ਮੰਗ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ, ਜਿਹੜੇ ਕਿ ਪੀੜਤ ਉਹਨਾਂ ਨੂੰ ਇਨਸਾਫ ਜਲਦੀ ਤੋਂ ਜਲਦੀ ਦਿਵਾਇਆ ਜਾਵੇ। ਤੁਹਾਡੇ ਵੱਲੋਂ ਪਰਿਵਾਰ ਦੀ ਕੋਈ ਸਹਾਇਤਾ ਕੀਤੀ ਜਾਵੇਗੀ? ਬਿਲਕੁਲ ਕੀਤੀ ਜਾਏਗੀ ਜੀ। ਜੋ ਵੀ ਅਸੀਂ ਇਹਨਾਂ ਨੂੰ ਅੱਗੇ ਵੀ ਜਿਹੜਾ ਕਰੋਨਾ ਦੇ ਵਿੱਚ ਵੀ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਹਾਂ ਤੇ ਅੱਗੇ ਵੀ ਇਹਨਾਂ ਦੀ ਜਿੱਥੇ ਵੀ ਕੋਈ ਮਾਲੀ ਮਦਦ ਵੀ ਹੋਊਗੀ ਤੇ ਜੇ ਕੋਈ ਆਪਣਾ ਕਿਸੇ ਹੋਰ ਚੀਜ਼ ਦੀ ਵੀ ਮਦਦ ਹੋਗੀ ਤਾਂ ਅਸੀਂ ਹਮੇਸ਼ਾ ਅੱਗੇ ਵੱਧ ਕੇ ਅੱਗੇ ਕਰਦੇ ਆਏ ਤਾਂ ਹੁਣ ਵੀ ਅੱਗੇ ਕਰਦੇ ਰਵਾਂਗੇ। ਕੀ ਕਾਰਨ ਕੀ ਦੱਸ? ਇਹ ਮੇਰਾ ਭਣੇਵਾ ਸਾਡੇ ਨਾਲ ਕੱਲ੍ਹ ਫਸਲਣਿਆ ਸੀ ਜੀ, ਤੇ ਅਸੀਂ ਫੋਨ ਦੇ ਵਿੱਚ ਅੱਜ ਨੂੰ ਕਹਿਤਾ ਵੀ ਤੂੰ ਸਾਡੇ ਚੀਜ਼ਾਂ ਕੱਢ ਪੈਸੇ ਸਾਰੀ ਦਿੱਤੇ, ਤੂੰ ਅੱਖ ਤੂੰ ਤਾਂ ਕਰਦਾ ਆਣ ਕੇ। ਉਹ ਲੋਕਾਂ ਨੂੰ ਜੀ ਫੋਨ ਲਾਉਂਦਾ ਵਾਹ ਅਸੀਂ ਇਸ ਗੱਲ ਕੀਤਾ। ਤੇ ਅੱਜ ਉਹ ਆਇਆ ਸੀ, ਘਰੇ ਆਇਆ ਸੀ? ਨਹੀਂ ਅੱਜ ਨਹੀਂ, ਘਰੇ ਨਹੀਂ ਆਇਆ। ਉਹ ਸਵੇਰੇ ਸਾਡੇ ਨਾਲ ਫੋਨ ਤੇ ਗੱਲ ਹੋਈ ਤੇ ਹੁਣ ਇਹ ਚੁੱਕ ਕੇ ਸਾਡੀ ਵੇਚ ਦਿੰਦਾ, ਅੱਗੇ ਸਾਡੀ ਇਹ ਚੁੱਕ ਕੇ ਵੇਚੀ। ਕੋਈ ਨਸ਼ਾ ਵਗੈਰਾ ਵੀ ਕਰਦਾ ਤੇ ਕਿੱਥੋਂ ਦਾ ਰਹਿਣ ਵਾਲਾ ਜੀ? ਉਹ ਕਬੂਤਲੇ ਦਾ ਜੀ। ਕਪੂਰਥਲੇ? ਕਿੱਥੋਂ ਦਾ ਨਸ਼ਾ ਵਗੈਰਾ ਕਰਦਾ ਕੋਈ ਕਿ ਨਹੀਂ? ਨਸ਼ਾ ਸ਼ਰਾਬ ਜਰੂਰ ਪੀਂਦਾ ਜੀ, ਗੋਲੀ ਖਾਂਦਾ। ਤੇ ਕਿੰਨੇ ਕੁ ਪੈਸੇ ਲੈਣ ਦੇਣ ਹੈਗਾ ਤੁਹਾਡਾ ਕੋਈ? ਨਹੀਂ ਉਹਦੇ ਮਾੜੇ ਮੋਟੇ ਪੈਸੇ ਹੀ, ਉਹ ਵੈਸੇ ਹੀ ਅਸੀਂ ਕਹਿਤਾ ਹੱਸੇ ਨਾ ਕਹਿ ਤੈਨੂੰ, ਪਰ ਹੱਸੇ ਨਾ ਕਿ ਭੈਣ ਭਰਾ ਕਹਿ ਦਿੰਦਾ। ਉਹ ਮੇਰੀ ਕਹਿੰਦੀ ਜੈਕਟ ਲੈਣੀ ਤੇ ਮੰਮੀ ਕਹਿੰਦੀ ਚਲ ਪੈਸੇ ਦੇ ਰਿਹਾ ਬੜੇ ਕਿ ਨਹੀਂ ਮੈਨੂੰ, ਤੂੰ ਅਸੀਂ ਪੈਸੇ ਦੇ ਤੇ ਅਸੀਂ ਸਵੇਰੇ ਕਹਿਤਾ ਵੀ ਤੂੰ ਪੈਸੇ ਬੋਕੋ ਤੇ ਲੈ ਗਿਆ। ਚੱਲ ਇਸ ਤਰ੍ਹਾਂ ਨਹੀਂ ਕਹਿੰਦੇ ਭੈਣ ਭਰਾਵਾਂ ਘਰ ਆ ਕੇ ਪਿਆਰ ਨਾਲ ਰਹੀਦਾ ਤੇ ਪਿਆਰ ਨਾਲ ਬਹੀਦਾ, ਇਸ ਤਰ੍ਹਾਂ ਭੱਜੀ ਤਾਂ ਨਹੀਂ ਕਿਸੇ ਘਰ ਆਣ ਕੇ। ਤੇ ਜਿਹੜੀ ਡੈਥ ਹੋਈ ਕਾਹਦੇ ਨਾਲ, ਕੋਈ ਹਥਿਆਰ ਨਾਲ ਮਾਰ ਕੇ ਆ ਵਾ ਕਿ? ਵੇਖਣ ਦਿੱਤਾ ਜੀ ਤੇ ਜਦੋਂ ਡੈਥ ਹੋਈ ਤੁਸੀਂ ਕਿੱਥੇ ਸੀ ਸਾਰੇ ਜਾਣੇ? ਕੌਣ ਕੌਣ ਘਰ 'ਚ? ਦਰਬਾਰ ਸਾਹਿਬ ਗਏ। ਹੋਰ ਕੌਣ ਤੁਹਾਡੇ ਨਾਲ ਹੋਈ ਹੈ ਜੀ? ਇਹ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਕੋਈ ਕਿਸੇ ਨਾਲ ਝਗੜਾ ਵਗੈਰਾ ਹੋਇਆ, ਕੋਈ ਚੋਰੀ ਵਗੈਰਾ ਹੋਈ ਆ, ਉਹ ਅਸੀਂ ਵੈਰੀਫਾਈ ਕੀਤਾ। ਬਾਅਦ 'ਚ ਜਦੋਂ ਆ ਕੇ ਅਸੀਂ ਸਰਚ ਵਗੈਰਾ ਕੀਤੀ ਤੇ ਸਾਨੂੰ ਬੋਡੀ ਮਿਲੀ। ਪਤਨੀ ਗੁਰਦਿਆਲ ਸੁਰਿੰਦਰ ਕੌਰ ਇਹਦੀ 1 ਸਾਲ ਵਾਈਫ ਆਫ ਗੁਰਦਿਆਲ ਸਿੰਘ, ਇਹਦੀ ਬੋਡੀ ਮਿਲੀ ਆ। ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰ ਰਹੇ। ਇਹ ਕੀ ਲੈਣ ਦੇਣ ਝਗੜੇ ਦਾ ਕੀ ਕਾਰਨ ਦੱਸਿਆ ਜਾ ਰਿਹਾ, ਪਤਾ ਲੱਗਾ ਕੁਝ ਵੀ? ਇਹਦੇ ਬਾਰੇ ਅਸੀਂ ਤੁਹਾਨੂੰ ਹਜੇ ਨਹੀਂ ਦੱਸ ਸਕਦੇ। ਸਾਡੀ ਇਨਵੈਸਟੀਗੇਸ਼ਨ ਜਿਹੜੀ ਉਹ ਪ੍ਰਭਾਵਿਤ ਕੋਈ ਸੁਰਾਗ ਹੱਥ ਲੱਗੇ ਪੁਲਿਸ ਦੇ ਜੀ? ਬਿਲਕੁਲ ਲੱਗੇ। ਤੇ ਬਹੁਤ ਜਲਦੀ ਅਸੀਂ ਜਿਹੜਾ ਉਹ ਦੋਸ਼ੀ ਜਿਹੜੇ ਆ ਉਹ ਜੇਲ੍ਹ ਚੋਂ। ਮਰਡਰ ਕਿਸ ਤਰ੍ਹਾਂ ਕੀਤਾ ਗਿਆ? ਮਰਡਰ ਜੀ ਗਰਦਨ ਤੇ ਕੋਈ ਤਿੱਖੀ ਚੀਜ਼ ਮਾਰੀ, ਜਿਹਨਾਂ ਸਾਰਾ ਕੱਟੀ ਗਈ, ਜਿਹੜੀ ਮੌਕੇ ਤੇ ਲੇਡੀ ਦੀ ਮੌਤ ਹੋ ਗਈ। ਬਾਕੀ ਅਸੀਂ ਬਹੁਤ ਜਲਦੀ ਜਿਹੜੇ ਦੋਸ਼ੀ ਆ ਇਹ ਬੇਸਿਕਲੀ ਜਿਹੜਾ ਕਿ 5G ਦੀ ਲਾਂਚ ਹੋ ਰਿਹਾ, 5G ਨੈਟਵਰਕ, ਅਸੀਂ ਉਹਨੂੰ ਬੈਨ ਕਰ ਰਹੇ ਹਾਂ, ਅਸੀਂ ਬਾਇਕਾਟ ਕਰ ਰਹੇ ਹਾਂ, ਕਿਉਂਕਿ ਜਿਹੜੇ 5G ਹੈ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਬਹੁਤ ਜ਼ਿਆਦਾ ਸਾਈਡ ਇਫੈਕਟ ਹੈ। ਲੋਕਾਂ ਨੂੰ ਥੋੜਾ ਟੈਕਨੀਕਲੀ ਟਰਮ 'ਚ ਦੱਸ ਦਈਏ ਕਿ ਜਿਹੜੀ 5G ਦੀ ਫ੍ਰੀਕੁਐਂਸੀ ਰੇਂਜ ਹੈ ਉਹ 24 ਗੀਗਾਹਰਟਜ਼ ਤੋਂ ਲੈ ਕੇ 100 ਗੀਗਾਹਰਟਜ਼ ਤੱਕ ਜਾਣੀ ਹੈ। ਜਿਹੜੀ ਕਿ ਹਲੇ ਅਸੀਂ 4G ਯੂਜ਼ ਕਰ ਰਹੇ ਸੀ, ਉਹਦੀ ਮੈਕਸਿਮਮ ਜਿਹੜੀ ਸੀ ਉਹ 3.6 ਗੀਗਾਹਰਟਜ਼ ਸੀਗੀ। ਤੇ ਐਡੇ ਵੱਡੇ ਲੈਵਲ ਤੇ ਜਿਹੜੀ ਫ੍ਰੀਕੁਐਂਸੀ ਦੀ ਜਿਹੜੀਆਂ ਮਾਈਕ੍ਰੋਵੇਵਸ ਹੈ, ਇਹ ਘਰ ਘਰ ਜਿਹੜਾ ਕਿ ਕੈਂਸਰ ਫੈਲਣ ਦਾ ਬਹੁਤ ਵੱਡਾ ਕਾਰਨ ਸਾਬਤ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਨਾ ਲਿਆਂਦਾ ਜਾਵੇ ਤਾਂ ਕਿ ਇਹ ਇਸਤੇਮਾਲ 'ਚ ਨਾ ਆਵੇ ਤਾਂ ਲੋਕ ਇਸ ਭਿਆਨਕ ਬਿਮਾਰੀਆਂ ਤੋਂ ਬਚ ਸਕਣ। ਪਰ ਵਿਦੇਸ਼ਾਂ ਦੇ ਵਿੱਚ 5G ਜਿਹੜਾ ਲਾਂਚ ਹੋਇਆ ਹੈ ਜੀ, 5G ਵਿਦੇਸ਼ਾਂ 'ਚ ਚੱਲ ਰਿਹਾ, ਇੰਡੀਆ 'ਚ ਕੀ ਲੱਗਦਾ ਤੁਹਾਨੂੰ ਕੀ ਇਹਦੇ 'ਚ? ਦੇਖੋ ਪਹਿਲਾਂ ਤਾਂ ਮੈਂ ਦੱਸਾਂਗਾ ਵਿਦੇਸ਼ਾਂ ਦੇ ਵਿੱਚ ਵੀ 5G ਬੈਨ ਹੋ ਰਿਹਾ। ਦੇਖੋ ਸਾਡੇ ਕੋਲ ਨਾਲ ਹੀ ਸਾਡੇ ਕੋਲ ਸਾਰਾ ਆਲਰੇਡੀ ਗੂਗਲ ਤੋਂ ਸਾਡੇ ਕੋਲ ਹੈਗਾ ਆ। ਵਿਦੇਸ਼ਾਂ ਦੇ ਵਿੱਚ ਵੀ ਇਹਦੇ ਪ੍ਰੋਟੈਸਟ ਚੱਲ ਰਹੇ ਆ, ਇਹਨੂੰ ਬੈਨ ਕੀਤਾ ਜਾ ਰਿਹਾ। ਔਰ ਬਾਕੀ ਜਿਹੜੀ ਗੱਲ ਹੈ ਕਿ ਅਸੀਂ ਆਪਣੇ ਭਾਰਤ ਦੇਸ਼ ਨੂੰ ਵਿਦੇਸ਼ਾਂ ਦੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ, ਕਿਉਂਕਿ ਅਸੀਂ ਪਾਪੂਲੇਸ਼ਨ 'ਚ ਨੰਬਰ 1 ਤੇ ਹਾਂ। ਬਾਕੀ ਵਿਦੇਸ਼ਾਂ 'ਚ ਜਿਹੜੀ ਦੇਸ਼ਾਂ 'ਚ ਉਹਨਾਂ ਦੀ ਪਾਪੂਲੇਸ਼ਨ ਇੰਨੀ ਜ਼ਿਆਦਾ ਨਹੀਂ ਹੈਗੀ ਤੇ ਉਹਨਾਂ ਦੇ ਜਿਹੜੇ ਰਿਹਾਇਸ਼ੀ ਏਰੀਏ ਬਹੁਤ ਵੱਡੇ ਆ, ਤਾਂ ਉੱਥੇ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੈ। ਨੁਕਸਾਨ ਉੱਥੇ ਵੀ ਹੈ
ਪਰ ਉੱਥੇ ਬਹੁਤ ਵੱਡੇ ਲੈਵਲ ਤੇ ਨੁਕਸਾਨ ਨਹੀਂ ਹੈ, ਕਿਉਂਕਿ ਅਸੀਂ ਭਾਰਤ ਦੀ ਜਨਤਾ ਹੈ, ਸਾਡੀ ਯੂਜ਼ੇਜ ਜ਼ਿਆਦਾ ਹੈ, ਅਸੀਂ ਪੋਪੂਲੇਸ਼ਨ 'ਚ ਜ਼ਿਆਦਾ ਤੇ ਸਾਡਾ ਏਰੀਆ ਛੋਟਾ ਹੈ, ਇਸ ਕਰਕੇ ਸਾਡੇ ਨੁਕਸਾਨ ਇਹਦੇ ਜਿਹੜੇ ਜ਼ਿਆਦਾ ਹੈਗੇ ਆ। ਸੋ ਪ੍ਰੋਟੈਸਟ ਇਹੀ ਹੈ ਜੀ, ਇੱਕ ਅਵੇਅਰਨੈਸ ਕੈਂਪੇਨ, ਅਸੀਂ ਇਹ ਅਵੇਅਰਨੈਸ ਕੈਂਪੇਨ ਦੀ ਤਰ੍ਹਾਂ ਇਹਨੂੰ ਲੈ ਰਹੇ ਹਾਂ, ਕਿਉਂਕਿ ਹਾਲੇ ਤੱਕ ਜਦੋਂ ਇੱਥੇ ਖੜੇ ਹਾਂ ਤਾਂ ਉਹ ਫੋਟੋ ਦੇਖ ਕੇ ਕੋਈ ਵੀ ਬੰਦਾ ਇਹ ਕਹਿ ਰਿਹਾ ਸ਼ਾਇਦ 5G ਦੇ ਸਿਮ ਵੰਡ ਰਿਹਾ ਜਾਂ ਕੁਝ ਕਰ ਰਿਹਾ, ਪਰ ਐਕਚੁਅਲ ਦੇ ਵਿੱਚ ਅਸੀਂ ਇੱਕ ਅਵੇਅਰਨੈਸ ਦੇ ਰਹੇ ਹਾਂ ਜਿਹਦੇ ਵਿੱਚ 5G ਦੇ ਸਾਈਡ ਇਫੈਕਟਸ, ਹੈਲਥ ਹੈਜ਼ਾਰਡਸ, ਹਾਲੇ ਤੱਕ ਜਿਹੜੀਆਂ ਰਿਸਰਚਸ ਹੋਈਆਂ ਨੇ 2G 3G 4G ਦੀਆਂ, ਉਹ ਪਕਸ਼ੀਆਂ ਦੇ ਜਾਂ ਫਿਰ ਮਧੂਮੱਖੀਆਂ ਦੇ ਜਿਹੜੀ ਉਹਦੀ ਪਰਸੈਂਟੇਜ ਘਟਣ ਬਾਰੇ ਹੋਈ ਆ, ਠੀਕ ਹੈ। ਉਹਦੇ ਫੋਰਨ ਦੇ ਵਿੱਚ ਆਲਰੇਡੀ ਇਹਦੇ ਅਗੇਂਸਟ ਪ੍ਰੋਟੈਸਟ ਚੱਲ ਰਿਹਾ, ਜਿਹਦੇ ਵਿੱਚ ਇਹ ਚੀਜ਼ ਦੱਸੀ ਜਾ ਰਹੀ ਆ ਕਿ ਇਹਦੇ ਨਾਲ ਕੈਂਸਰ ਤੱਕ ਦੀਆਂ ਬਿਮਾਰੀਆਂ, ਈਵਨ ਹਾਈ ਫ੍ਰੀਕੁਐਂਸੀ ਰੇਡੀਏਸ਼ਨ ਜਿਹੜਾ ਕਿ ਮਾਈਕ੍ਰੋਵੇਵ ਜਿਹੜੀ ਹੈਗੀ ਆ ਉਹ 25 to 100 ਗੀਗਾਹਰਟਜ਼ ਦੀ, ਉਹਦੇ ਵਿੱਚ ਕਿਉਂ ਪ੍ਰੋਬਲਮ ਆਏਗੀ, ਕਿਉਂਕਿ ਨੰਬਰ ਆਫ ਟਾਵਰ 500 ਮੀਟਰਸ ਤੇ ਲੱਗਣੇ ਆ, 500 ਮੀਟਰ ਤੇ ਟਾਵਰ ਲੱਗਣੇ ਆ। ਉਹ ਇੱਕ ਇਹੋ ਜਿਹਾ ਰੇਡੀਏਸ਼ਨ ਦਾ ਜਾਲ, ਜਿਵੇਂ ਬੈਂਕੋ ਕਾ ਮਾਇਆ ਜਾਲ ਇੱਕ ਕਿਤਾਬ ਆਈ ਸੀ, ਉਵੇਂ ਇੱਕ ਰੇਡੀਏਸ਼ਨ ਕਾ ਮਾਇਆ ਜਾਲ ਹੈ ਜਿਹੜਾ ਕਿ ਇਹ ਵਿਛਾਇਆ ਜਾ ਰਿਹਾ। ਹੋ ਸਕਦਾ ਹਾਲੇ ਸਾਨੂੰ ਲੱਗੇ ਅਸੀਂ ਸਪੀਡ ਜ਼ਿਆਦਾ ਲੈ ਲਾਂਗੇ, ਜ਼ਿਆਦਾ ਡਾਊਨਲੋਡਿੰਗ, ਪਰ 4G ਵੀ ਜਦੋਂ 3G ਆਇਆ ਤਾਂ ਉਹ ਇਨਫ ਸੀਗਾ। ਅਸੀਂ ਸੋਚ ਰਹੇ ਸੀ 4G ਚਲੋ ਬਹੁਤ ਵਧੀਆ ਹੋ ਗਿਆ, ਪਰ ਦੇਖਿਆ ਜਾਵੇ ਅੱਜ ਜਦੋਂ 5G ਇਹ ਲੈ ਕੇ ਆਏ ਆ ਤਾਂ 4G ਦੀ ਸਪੀਡ 2G ਨਾਲੋਂ ਵੀ ਬੁਰੀ ਹੋਈ ਪਈ ਆ। ਸੋ ਇਹਦੇ ਬਾਰੇ ਸਾਨੂੰ ਸੋਚਣਾ ਪੈਣਾ, ਕਿਉਂਕਿ 4G ਸਪੀਡ ਕਿਉਂ ਘਟ ਰਹੀ ਆ। ਅਗਰ ਅਸੀਂ 4G ਦੇ ਪੈਸੇ ਦੇ ਰਹੇ ਹਾਂ ਤਾਂ ਸਾਨੂੰ ਉਹ ਸਪੀਡ 2G ਵਾਲੀ ਜਾਂ 3G ਵਾਲੀ ਕਿਉਂ ਮਿਲ ਰਹੀ ਆ। ਇਹਦੇ ਨਾਲ ਜਿਹੜੇ ਡੇ ਬਾਏ ਡੇ ਹੁਣ ਇਹ ਕਹਿ ਦਿੰਦੇ ਆ ਕਿ 5G ਕਨਸਪੀਰੇਸੀ ਥਿਊਰੀ ਆ ਜਿਹੜੀ ਅਸੀਂ ਕਰ ਰਹੇ ਹਾਂ, ਪਰ ਉਹਦੇ ਨਾਲ ਤੁਸੀਂ ਇਹ ਦੇਖੋ ਕਿ ਜਦੋਂ ਕਿਸਾਨਾਂ ਦਾ ਅੰਦੋਲਨ ਸੀਗਾ, ਇਹ ਕਿਸਾਨੀ ਦੇ ਨਾਲ ਵੀ ਜੁੜਿਆ ਹੋਇਆ ਮੁੱਦਾ ਹੈਗਾ, ਕਿਉਂਕਿ ਜਿਹੜੀਆਂ ਮਧੂਮੱਖੀਆਂ ਪੋਲੀਨੇਸ਼ਨ ਕਰਦੀਆਂ। ਹੁਣ 6 ਜਨਵਰੀ 2021 ਨੂੰ ਜਿਹੜੀ ਨਿਊਜ਼ ਆਈ ਸੀਗੀ, ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ 1800 ਪੰਛੀ ਮਾਰੇ ਗਏ। ਹੁਣ 1800 ਪੰਛੀ ਮਾਰੇ ਗਏ, ਉਹਦਾ ਬਰਡ ਫਲੂ ਨਾਮ ਦੇਤਾ, ਪਰ ਉਹ ਬਰਡ ਫਲੂ ਕਿਉਂ ਹੋਇਆ? ਉਹਨਾਂ ਦੇ ਬਾਡੀ ਦੇ ਜਿਹੜੇ ਸੈਲਸ DNA ਸੈਲਸ ਉਹ ਕਿਉਂ ਪੋਇਜ਼ਨ ਹੋਏ? ਉਹ ਹਾਈ ਫ੍ਰੀਕੁਐਂਸੀ। ਬਿਲਕੁਲ ਸਰ, ਅਸੀਂ ਇਹਦੇ ਵਿਰੋਧ 'ਚ ਖੜੇ ਹਾਂ, ਡਟ ਕੇ ਖੜੇ ਹਾਂ, ਭਾਵੇਂ ਆ ਰਿਹਾ ਪਾਰ ਵਾਲੀ ਗੱਲ ਆ। ਸੋ ਅਸੀਂ ਇਸ ਚੀਜ਼ ਦੇ ਅਗੇਂਸਟ ਹੁਣ ਤੋਂ ਲੈ ਕੇ ਐਂਡ ਤੱਕ ਖੜਾਂਗੇ। ਇਹ ਸਵੇਰ 6 ਵਜੇ ਦੀ ਗੱਲ ਆ ਜੀ, ਹਾਂਜੀ 6 ਵਜੇ ਦੀ ਗੱਲ ਆ। ਜਦੋਂ ਮੈਂ 6 ਵਜੇ ਗਿਆ ਤੇ ਘਰ ਦੇ ਮੇਰੇ ਕਹਿੰਦੇ ਵੀ ਤੂੰ ਬਾਅਦ 'ਚ ਕੰਮ ਕਰੀ ਜਿਹੜਾ ਵੀ ਕਰਨ ਵਾਲਾ, ਤੇ ਪਹਿਲਾਂ ਆਹ ਲੋਕ ਖੋਲ੍ਹ। ਮੈਂ ਲੋਕ ਖੋਲ੍ਹਿਆ ਤੇ ਜਦੋਂ ਮੈਂ ਲੋਕ ਖੋਲ੍ਹਿਆ ਤੇ ਅੰਦਰ ਤਿੰਨਾਂ ਦੀ ਡੈਥ ਹੋਈ ਸੀ। ਤਿੰਨੇ ਵੀ ਠੰਡ ਨਾਲ ਪੂਰੇ ਆਕੜੇ ਪਏ, ਕਿਤੇ ਰਾਤ ਦੀ 12-1 ਵਜੇ ਦੀ ਕਿਤੇ ਪੂਰੇ ਹੋ ਗਏ ਜੀ। ਤੁਹਾਡੇ ਕੀ ਲੱਗਦੇ? ਮੇਰੇ ਭਰਜਾਈ ਲੱਗਦੀ ਸੀ। ਤੁਸੀਂ ਕਿਹੜੀ ਸਾਈਡ ਤੇ ਪਏ? ਅਸੀਂ ਇਹੀ ਆਪਦੇ ਅੰਦਰ ਇੱਧਰਲੀ ਸਾਈਡ ਪਏ ਜੀ। ਹਾਂਜੀ, ਕੋਈ ਸਾਡੀ ਕਿਸੇ ਨਾਲ ਕੋਈ ਵੈਰ ਦੁਸ਼ਮਣੀ ਕੋਈ ਕਿਸੇ ਨਾਲ ਨਹੀਂ ਸੀ, ਵਧੀਆ ਅਸੀਂ ਰਹਿੰਦੇ ਸੀਗੇ। ਮੈਨੂੰ ਕਹਿੰਦੇ ਵੀ ਬੂਹਾ ਲਾ ਦੇ ਸਾਡਾ, ਮੱਲਾਂ ਵਾਲੇ ਮੈਨੂੰ ਪੈਸੇ ਦਿੱਤੇ ਉਹਨਾਂ ਨੇ, ਕਹਿੰਦੇ ਵੀ ਬੂਹਾ ਲਾ ਦੇ, ਤੇ ਮੈਂ ਕਿਹਾ ਚੱਲ ਲਾ ਦਾਂਗੇ। ਮੈਂ ਕਿਹਾ ਸੁਬਾਹ ਲਾ ਦਾਂਗੇ, ਤੇ ਸ਼ਾਮ ਨੂੰ ਕਿਤੇ ਗੀਠੀ ਇੱਧਰ ਪਈ ਸੀਗੀ ਤੇ ਮੰਮੀ ਕੋਲ ਗੀਠੀ ਚੱਕ ਕੇ ਲੈ ਗਈ, ਕਹਿੰਦੇ ਮੁੰਡੇ ਨੇ ਸਕੂਲੇ ਜਾਣਾ ਇਹਨਾਂ ਨੇ ਤੇ ਅੱਗ ਉੱਗ ਸਕਾ ਦਿੰਦੇ ਇਹਨਾਂ ਨੇ। ਤੇ ਉਹ ਕਿਤੇ ਬਾਹਰੋਂ ਇਹਨਾਂ ਨੇ ਕੁੰਡਾ ਲਾ ਲਿਆ ਤੇ ਅੰਦਰੇ ਕਿਤੇ ਗੀਠੀ ਗੈਸ ਬਣ ਗਈ ਤੇ ਹਾਂਜੀ। ਤੁਹਾਨੂੰ ਸਵੇਰ ਕਿੰਨੇ ਵਜੇ ਪਤਾ ਲੱਗਾ? ਸਾਨੂੰ ਤਾਂ ਸਵੇਰ ਜੀ 6 ਵਜੇ 6:30 ਵਜੇ ਪਤਾ ਲੱਗਿਆ ਜੀ। ਜਦੋਂ ਨਹੀਂ ਤਾਂ ਅੱਗੇ 5 ਵਜੇ ਸਾਨੂੰ ਛੋਟਾ ਮੁੰਡਾ ਉੱਠ ਖੜਦਾ ਜੀ, ਸਾਨੂੰ ਸਾਰਿਆਂ ਨੂੰ ਉਠਾ ਦਿੰਦਾ। ਮੈਂ ਮੌਕੇ ਤੇ ਪੁੱਜਾ ਤੇ ਲੜਕੀ ਦੇ ਪਿਤਾ ਦੇ ਰੂਪ ਸਿੰਘ ਦੇ ਬਿਆਨ ਤੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕੀਤਾ ਜਾ ਰਿਹਾ। ਅੱਗੇ ਜੋ ਹਾਲਾਤ ਹੋਣਗੇ ਕਾਰਵਾਈ ਕੀਤੀ ਜਾਵੇਗੀ। ਸਰ ਕਿੰਨੇ ਵਜੇ ਦੀ ਘਟਨਾ ਸੀਗੀ? ਇਹ ਕੋਈ ਰਾਤ ਕਮਰੇ ਸੁੱਤੇ ਰਹੇ ਅੰਗੀਠੀ, ਸਾਨੂੰ ਤਾਂ ਸਵੇਰੇ ਸੁਬਾਹ ਇਤਲਾਹ ਮਿਲੀ ਆ, ਫਿਰ ਮੈਂ ਆਇਆ ਇੱਥੇ ਜੀ ਮੌਕਾ 'ਤੇ। ਕੁਛ ਬੰਦਿਆਂ ਨੇ ਗੋਲੀ ਮਾਰ ਕੇ ਖੋਹ ਕਰਨ ਦੀ, ਪੈਟਰੋਲ ਪੰਪ ਲੁੱਟਣ ਦੀ ਕੋਸ਼ਿਸ਼ ਕੀਤੀਆਂ ਸੀਗੀਆਂ, ਤੇ ਇਹ ਬੰਦੇ ਬਾਰੇ ਸਾਨੂੰ ਅੱਜ ਸਵੇਰੇ ਵੀ ਇਹਨਾਂ ਨੇ 2 ਵਾਰਦਾਤ ਕੀਤੀ ਸੀ। ਉਸ ਤੋਂ ਬਾਅਦ ਅਸੀਂ ਸਾਰੇ ਡਿਸਟ੍ਰਿਕਟ ਦੀ ਪੁਲਿਸ ਨੂੰ ਅਲਰਟ ਪਰ ਲਾ ਕੇ ਨਾਕਾਬੰਦੀ ਕਰਾਈ ਸੀ। ਇਹਦੇ ਵਿੱਚ ਇੱਕ ਸਪੈਸੀਫਿਕ ਇਨਫੋਰਮੇਸ਼ਨ ਆਈ ਸੀ ਕਿ ਇਹ ਬੰਦੇ ਜੋ ਹੈਗੇ ਤਰਨਤਾਰਨ ਪੱਟੀ ਦੇ ਵਿੱਚ ਘੁੰਮਦੇ ਫਿਰਦੇ ਦੇਖੇ ਗਏ ਨੇ, ਤੇ ਸਾਡੇ SHO ਸਿਟੀ ਪੱਟੀ ਲਖਵੀਰ ਸਿੰਘ ਉਹਨਾਂ ਨੇ ਆਪਣੀ ਟੀਮ ਦੇ ਨਾਲ ਉਹ ਇਸ ਰੋਡ ਦੇ ਉੱਪਰ ਜਦੋਂ ਗਸ਼ਤ ਕਰ ਰਹੇ ਸੀਗੇ, ਉਹਨਾਂ ਨੂੰ ਇਹ ਗੱਡੀ ਦਿਖੀ। ਉਹਨਾਂ ਨੇ ਜੇ ਅਕਿਊਜ਼ਡ ਸੀਗੇ ਉਹਨਾਂ ਨੇ SHO ਸਿਟੀ ਪੱਟੀ ਦੀ ਗੱਡੀ ਦੇ ਉੱਪਰ ਫਾਇਰ ਖੋਲ੍ਹਤਾ, ਜਿਹਦੇ ਕਾਰਨ ਸਾਡਾ ਇੱਕ ਪੁਲਿਸ ਹੋਮਗਾਰਡ ਦਾ ਮੁਲਾਜ਼ਮ ਜੋ ਗੱਡੀ ਚਲਾ ਰਿਹਾ ਸੀਗਾ ਉਹਨੂੰ ਰੀਪ 'ਚ ਗੋਲੀ ਲੱਗੀ ਹੈ। ਬਟ ਇਸ ਮੁਕਾਬਲੇ ਦੇ ਵਿੱਚ ਉੱਥੇ ਤੋਂ 2 ਬੰਦੇ ਅਸੀਂ ਫੜ ਲਏ, ਔਰ ਇਸ ਤੋਂ ਇਲਾਵਾ ਜੇ 3 ਬੰਦੇ ਸੀਗੇ ਉੱਥੇ ਤੋਂ ਬਚ ਕੇ ਨਾਲ ਹੀ ਇੱਕ ਮੈਰਿਜ ਪੈਲੇਸ ਹੈਗਾ, ਰਿਜ਼ੋਰਟ ਹੈ, ਉੱਥੇ ਆ ਕੇ ਉਹਦੇ ਪਿੱਛੇ ਛਿਪ ਗਏ ਸੀਗੇ।
ਤੇ ਸਾਡੀ ਸਾਰੇ ਡਿਸਟ੍ਰਿਕਟ ਦੀ ਪੁਲਿਸ ਫੋਰਸ ਇੰਕਲੂਡਿੰਗ ਡੀਐਸਪੀ ਪੱਟੀ, ਡੀਐਸਪੀ ਵਿਖੇਵਿੰਡ ਔਰ ਸਾਰੇ ਐਸਐਚਓ ਇੰਕਲੂਡਿੰਗ ਮੀ, ਅਸੀਂ ਸਾਰੇ ਆ ਕੇ ਉਹਨਾਂ ਨੂੰ ਘੇਰਾਓ ਕਰਕੇ ਇੱਥੇ ਵੀ ਅਪਰੋਕਸੀਮੇਟ 1 ਘੰਟੇ ਤੱਕ ਐਕਸਚੇਂਜ ਆਫ ਫਾਇਰ ਹੋਇਆ ਸੀ ਤੇ ਅਲਟੀਮੇਟਲੀ 4 ਬੰਦੇ ਨੂੰ ਅਸੀਂ ਇੱਥੇ ਤੋਂ ਅਰੈਸਟ ਕੀਤਾ ਹੈਗਾ। ਇੱਕ ਪੁਲਿਸ ਵੱਲੋਂ ਕਿੰਨੇ ਫਾਇਰ ਕੀਤੇ ਗਏ? ਉਹ ਕਾਊਂਟ ਅਸੀਂ ਕਰ ਰਹੇ ਹਾਂ, ਬਟ ਸਾਡੇ ਮੁਤਾਬਿਕ ਹੁਣ ਤੱਕ 85 ਦੇ ਕਰੀਬ ਟੋਟਲ ਰਾਉਂਡਸ ਫਾਇਰ ਹੋਏ ਨੇ। ਉਹਨਾਂ ਵੱਲੋਂ ਕੋਈ ਫਾਇਰ ਕੀਤੇ ਗਏ? ਉਹਨਾਂ ਦੇ ਵੱਲੋਂ ਵੀ ਫਾਇਰ ਕੀਤੇ ਗਏ हैं, बट वो ਹੁਣ ਸਾਰੀ ਕਾਊਂਟਿੰਗ ਜਦੋਂ एफएसएल ਦੀ ਰਿਪੋर्ट ਆਊਗੀ ਫਿਰ ਹੀ ਪਤਾ लगूगी। लुटे रहे थे। इनके पास से 2 गाड़ियाँ, अप्रोक्सीमेट 1 लाख रुपया, 3 कंट्री मेड सोफिस्टिकेटेड पिस्टल्स और अफीम, एक स्मैक की पुड़ी ਤੇ ਦਵਾਈਆਂ ਬਰਾਮਦ ਹੋਈ ਹੈ ਪ੍ਰੋਹਿਬਿਟਡ ਨਾਰਕੋਟਿਕ ਸਬਸਟੈਂਸ। ਸਰ ਇਹ ਪੁਰਾਣੇ ਕੰਮ ਕਰਦੇ ਹੁੰਦੇ ਸੀ ਜਿਸ ਤਰ੍ਹਾਂ ਲੁਟੇਰੇ ਵਾਰਦਾਤਾਂ? ਜੇ ਪ੍ਰੀਲਿਮਿਨਰੀ ਹੈਗਾ ਇਹਦੇ ਖਿਲਾਫ ਜੋ ਸਾਨੂੰ ਪਤਾ ਲੱਗਾ 30 ਤੋਂ 35 ਕੇਸਿਸ ਦਰਜ ਹੈ ਔਰ ਇੱਕ ਤੁਹਾਨੂੰ ਯਾਦ ਹੋਗਾ ਕੁਝ ਟਾਈਮ ਪਹਿਲਾਂ ਇੱਕ ਚਵਾਲ ਏਰੀਆ ਦੇ ਵਿੱਚ ਫੋਰਚੂਨਰ ਗੱਡੀ ਖੋਈ ਸੀਗੀ, ਉਹਦੇ ਵਿੱਚ ਜੋ ਮੇਨ ਅਕਿਊਜ਼ ਸੀ ਜੋ ਬੰਦਾ ਬਾਹਰ ਸੀਗਾ ਗੁਰਪ੍ਰੀਤ, ਉਹ ਵੀ ਆਈ ਥਿੰਕ ਇਹਦੇ ਵਿੱਚ ਇਨਵੋਲਡ ਹੈ ਤੇ ਫਰਦਰ ਇਨਵੈਸਟੀਗੇਸ਼ਨ ਇਹਦੇ ਬਾਰੇ ਜਾਰੀ ਹੈ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।